ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਾਜ਼ਰੀਨ अस्सलाम वालेकुम। ਨਾਜ਼ਰੀਨ ਤੁਸੀਂ ਦੇਖਦੇ ਪਏ ਹੋ ਨਿਊਜ਼ ਟਾਈਮ ਤੇ ਨਿਊਜ਼ ਟਾਈਮ ਦੀ ਮੇਨ ਖਬਰਾਂ ਦੇ ਵਿੱਚੋਂ ਸਭ ਤੋਂ ਪਹਿਲੇ ਖਬਰ ਅਲੀ ਮੀਨ ਗੰਡਾਪੁਰ ਨੇ ਚੈਲੰਜ ਕਰ ਦਿੱਤਾ ਹੈ। ਅਲੀ ਮੀਨ ਗੰਡਾਪੁਰ ਨੇ ਕਿਹਾ ਜਿੰਨਾ ਜ਼ੋਰ ਲਾਣਾ ਜੇ ਲਾ ਲਓ, ਸਾਡੀ ਹਕੂਮਤ ਤੁਸੀਂ ਨਹੀਂ ਸੁੱਟ ਸਕਦੇ, ਅਗਰ ਸੁੱਟੋਗੇ ਤੇ ਮੈਂ ਸਿਆਸਤ ਹੀ ਛੱਡ ਦਿਆਂਗਾ। ਅਲੀ ਮੀਨ ਗੰਡਾਪੁਰ ਨੇ ਕਿਹਾ ਕਿ ਸਾਰੇ ਅਦਾਰੇ ਤੇ ਰਿਆਸਤ ਨੂੰ ਚੈਲੰਜ ਕਰਨਾ ਵਾ, ਅਗਰ ਹਕੂਮਤ ਸੁੱਟ ਸਕਦੇ ਹੋ ਤਾਂ ਸੁੱਟ ਲਵੋ। ਇਸਲਾਮਾਬਾਦ ਵਿੱਚ ਪੀਟੀਆਈ ਦੀ ਮੁਸ਼ਤਰਕਾ ਪਾਰਲੀਮਾਨੀ ਪਾਰਟੀ ਦੇ ਇਜਲਾਸ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਅਲੀ ਮੀਨ ਗੰਡਾਪੁਰ ਨੇ ਕਿਹਾ ਹੈ ਕਿ ਅੱਜ ਇਜਲਾਸ ਦੇ ਵਿੱਚ ਇਤਿਹਾਦ ਤੇ ਇਤਫਾਕ ਦੀ ਗੱਲ ਹੋਈ ਹੈ, ਪੈਗਾਮ ਦਿੱਤਾ ਗਿਆ ਹੈ। ਅਗਰ ਕੋਈ ਇਹ ਸਮਝਦਾ ਹੈ ਕਿ ਪੀਟੀਆਈ ਦੇ ਵਿੱਚ ਦਰਾੜ ਪਾਈ ਜਾ ਸਕਦੀ ਹੈ ਤੇ ਔਰ ਇਹ ਭੁੱਲ ਹੈ। ਔਰ ਇਸ ਤੋਂ ਇਲਾਵਾ ਬਜੋੜ ਦੇ ਵਿੱਚ ਅਫਸੋਸਨਾਕ ਵਾਕਿਆ, ਅਸਿਸਟੈਂਟ ਕਮਿਸ਼ਨਰ ਤੇ ਤਹਿਸੀਲਦਾਰ ਨਾਲ ਸਮੇਤ ਜਿਹੜੇ ਨੇ 5 ਅਫਰਾਦ ਸ਼ਹੀਦ ਹੋ ਗਏ ਨੇ। ਬਜੋੜ ਧਮਾਕੇ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਔਰ ਤਹਿਸੀਲਦਾਰ ਸਮੇਤ 5 ਅਫਰਾਦ ਸ਼ਹੀਦ ਹੋ ਗਏ ਨੇ। ਡਿਪਟੀ ਕਮਿਸ਼ਨਰ ਬਜੋੜ ਸ਼ਾਹਿਦ ਅਲੀ ਖਾਨ ਦੇ ਮੁਤਾਬਕ ਬਜੋੜ ਦੇ ਮਕਾਮ ਤੇ ਫਾਟਕ ਮੇਲੇ ਦੇ ਵਿੱਚ ਅੱਜ ਦੁਪਹਿਰ ਅਸਿਸਟੈਂਟ ਕਮਿਸ਼ਨਰ ਦੀ ਗੱਡੀ ਨੂੰ ਸ਼ਰਪਸੰਦ ਨਸਲਾਂ ਨੇ ਰਿਮੋਟ ਕੰਟਰੋਲ ਦੇ ਨਾਲ ਬੰਬ ਦਾ ਨਿਸ਼ਾਨਾ ਬਣਾਇਆ। ਡਿਪਟੀ ਕਮਿਸ਼ਨਰ ਬਜੋੜ ਨੇ ਦੱਸਿਆ ਕਿ ਧਮਾਕੇ ਦੇ ਨਤੀਜੇ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੈਸਲ ਇਸਮਾਈਲ ਤੇ ਤਹਿਸੀਲਦਾਰ ਨਾਵਗਾਈ ਅਬਦੁਲ ਵਕੀਲ ਤੇ ਪੁਲਿਸ ਅਹਿਲਕਾਰਾਂ ਦੇ ਵਿੱਚੋਂ ਨੂਰ ਹਕੀਮ ਤੇ ਜ਼ਾਇਦ ਸਮੇਤ ਇੱਕ ਰਾਹਗੀਰ ਸ਼ਹੀਦ ਹੋਇਆ ਹੈ। ਤੇ ਉਸ ਤੋਂ ਇਲਾਵਾ ਮਾਲੇ ਗਨੀਮਤ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਿਲੈਕਸ਼ਨ ਕਮਿਸ਼ਨ ਵੱਲੋਂ ਮਖਸੂਸ ਰਿਸ਼ਤਾ ਮਿਲਣ ਤੋਂ ਬਾਅਦ ਜਿਹੜੀ ਮਾਲੇ ਗਨੀਮਤ ਤੋਂ ਬਾਅਦ ਜਿਹੜੀ ਪਾਰਟੀ ਪੋਜੀਸ਼ਨ ਹੈ ਉਹ ਕੀ ਹੈ ਉਹ ਤੁਹਾਨੂੰ ਦੱਸਨੇ ਆ। ਕੌਮੀ ਅਸੈਂਬਲੀ ਸੈਕਟਰੀਏਟ ਦੇ ਮੁਤਾਬਕ ਮੁਸਲਿਮ ਲੀਗ ਨੂਨ ਦੀ ਕੁੱਲ ਨਸ਼ਿਸਤਾਂ 123 ਹੋ ਗਈਆਂ ਨੇ। ਮੁਸਲਿਮ ਲੀਗ ਨੂਨ ਨੂੰ 13 ਮਖਸੂਸ ਨਸ਼ਿਸਤਾਂ ਮਿਲੀਆਂ ਨੇ। ਐਨਜੀ ਪੀਪਲਜ਼ ਪਾਰਟੀ ਨੂੰ 4 ਮਖਸੂਸ ਨਸ਼ਿਸਤਾਂ ਮਿਲੀਆਂ ਨੇ ਤੇ ਪੀਪਲਜ਼ ਪਾਰਟੀ ਦੀਆਂ ਕੁੱਲ ਨਸ਼ਿਸਤਾਂ 74 ਹੋ ਗਈਆਂ ਨੇ। ਤੇ ਕੌਮੀ ਅਸੈਂਬਲੀ ਸੈਕਟਰੀਏਟ ਦੇ ਮੁਤਾਬਕ ਐਮਕੇਐਮ ਦੀ ਕੌਮੀ ਅਸੈਂਬਲੀ ਦੇ ਵਿੱਚ ਕੁੱਲ ਨਸ਼ਿਸਤਾਂ 22 ਨੇ, ਜਦ ਕਿ ਮਖਸੂਸ ਨਸ਼ਿਸਤਾਂ ਮਿਲਣ ਦੇ ਬਾਅਦ ਜੇਯੂਆਈ ਦੇ ਅਰਕਾਨ ਤੇ ਕੌਮੀ ਅਸੈਂਬਲੀ ਦੀ ਤਾਦਾਦ ਜਿਹੜੀ ਹੈ ਨਾ 10 ਹੋ ਗਈ ਹੈ। ਸੈਕਟਰੀਏਟ ਦੇ ਮੁਤਾਬਕ ਇਸ ਵਕਤ ਕੌਮੀ ਅਸੈਂਬਲੀ ਦੀਆਂ ਕੁੱਲ ਨਸ਼ਿਸਤਾਂ 336 ਨੇ। ਅਸੈਂਬਲੀ ਦੇ ਵਿੱਚ ਆਜ਼ਾਦ ਅਰਕਾਨ 5 ਨੇ, ਜਦ ਕਿ ਕੌਮੀ ਅਸੈਂਬਲੀ ਦੇ ਵਿੱਚ ਸੁੰਨੀ ਇਤਿਹਾਦ ਕੌਂਸਲ ਦੇ ਅਰਕਾਨ ਜਿਹੜੇ ਨੇ ਉਹ 60 ਨੇ 80 ਨੇ। ਤੇ ਰੇਲਵੇ ਦੇ ਵਿੱਚ ਇੱਕ ਵਾਰੀ ਫਿਰ ਦੁਬਾਰਾ ਕਿਰਾਏ ਵਧਾਉਣ ਦੀ ਜਿਹੜੀ ਹੈ ਉਹ ਬਾਜ਼ਗਸ਼ ਸ਼ੁਰੂ ਹੋ ਗਈ ਹੈ। ਰੇਲਵੇ ਕਾਮ ਦਾ ਕਹਿਣਾ ਹੈ ਕਿ ਮੌਜੂਦਾ ਸੂਰਤ ਹਾਲ ਦੇ ਤਹਿਤ ਜਿਹੜਾ ਨਾ ਕਿਰਾਇਆਂ ਦੇ ਵਿੱਚ ਇਜ਼ਾਫਾ ਨਾਗਜ਼ੀਰ ਹੈ। ਉਹਨਾਂ ਨੇ ਕਿਹਾ ਹੈ ਕਿ ਇਜ਼ਾਫੇ ਦਾ ਜਿਹੜਾ ਨਾ ਡੀਜ਼ਲ ਦੀ ਕੀਮਤ ਵਧਣ ਨਾਲ ਰੇਲਵੇ ਨੂੰ ਸ਼ਦੀਦ ਮਾਲੀ ਨੁਕਸਾਨ ਦਾ ਸਾਹਮਣਾ ਹੈ। ਇਜ਼ਾਫੀ ਬੋਝ ਜਿਹੜਾ ਮੁਸਾਫਰ ਤੇ ਮਾਲ ਬਰਾਦਰ ਟ੍ਰੇਨਾਂ ਤੇ ਪਾਉਣਾ ਪਏਗਾ। ਔਰ ਉਸ ਤੋਂ ਇਲਾਵਾ ਵਜ਼ੀਰ ਆਜ਼ਮ ਨੂੰ 6 ਸਾਲ ਦੀ ਕੈਦ ਬੋਲ ਗਈ ਹੈ। ਬੰਗਲਾਦੇਸ਼ੀ ਸਾਬਕ ਵਜ਼ੀਰ ਆਜ਼ਮ ਸ਼ੇਖ ਹਸੀਨਾ ਵਾਜਦ ਨੂੰ ਤਹੀਨੇ ਅਦਾਲਤ ਤੇ 6 ਮਾਹ ਦੀ ਕੈਦ ਹੋ ਗਈ ਹੈ। ਬੰਗਲਾਦੇਸ਼ੀ ਅਖਬਾਰ ਦੇ ਮੁਤਾਬਕ ਵਜ਼ੀਰ ਆਜ਼ਮ ਦੀ ਇੱਕ ਆਡੀਓ ਲੀਕ ਹੋਈ ਸੀ ਜਿਹਦੇ ਵਿੱਚ ਸ਼ੇਖ ਹਸੀਨਾ ਨੇ ਕਿਹਾ ਸੀ ਕਿ ਮੇਰੇ ਖਿਲਾਫ 227 ਮੁਕੱਦਮੇ ਨੇ ਤੇ ਹੁਣ ਮੈਨੂੰ 227 ਲੋਕਾਂ ਨੂੰ ਗੋਲੀ ਮਾਰਨ ਦਾ ਲਾਇਸੈਂਸ ਮਿਲ ਗਿਆ ਹੈ। ਤੇ ਟਰੰਪ ਦਾ ਇੱਕ ਹੋਰ ਅਜੀਬ ਗਰੀਬ ਫੈਸਲਾ ਤੇ ਨਾਫਜ਼ ਵੀ ਹੋ ਗਿਆ ਹੈ। ਟਰੰਪ ਨੇ ਸ਼ਰੀਅਤ ਦਾ ਮਹਦੂਦ ਹੁਕਮ ਜਿਹੜਾ ਉਹ ਨਾਫਜ਼ ਕਰ ਦਿੱਤਾ ਹੈ। 28 ਰਿਆਸਤਾਂ ਦੇ ਵਿੱਚ ਪੈਦਾਇਸ਼ੀ ਸ਼ਰੀਅਤ ਜਿਹੜੀ ਹੈ ਔਰ ਤੇ ਪਾਬੰਦੀ ਤੇ ਲੱਖਾਂ ਬੱਚਿਆਂ ਦਾ ਮੁਸਤਕਬਲ ਖਤਰੇ 'ਚ ਪੈ ਗਿਆ ਹੈ। ਅਮਰੀਕੀ ਸੁਪਰੀਮ ਕੋਰਟ ਨੇ ਸਦਰ ਟਰੰਪ ਦੇ ਐਗਜ਼ੈਕਟਿਵ ਆਰਡਰ ਦੇ ਖਿਲਾਫ ਜਾਰੀ ਕੌਮੀ ਸਤਹ ਤੇ ਪਾਬੰਦੀ ਖਤਮ ਕਰ ਦਿੱਤੀ ਹੈ। ਤੇ ਆਖਰੀ ਖਬਰ ਜਿਹੜੀ ਹੈ ਜਿਹੜੇ ਗੋਰੇ ਨੇ ਉਹ ਪਸੀਨੋ ਪਸੀਨੀ ਹੋ ਗਏ ਨੇ। ਬਰਤਾਨੀਆ ਤੇ ਯੂਰਪ ਦੇ ਵਿੱਚ ਸ਼ਦੀਦ ਗਰਮੀ ਦੀ ਲਹਿਰ ਹੈ। ਐਫਲ ਟਾਵਰ ਬੰਦ ਕਰ ਦਿੱਤਾ ਗਿਆ ਹੈ ਤੇ ਪਾਰਾ ਜਿਹੜਾ ਉਹ 46 ਤੱਕ ਚਲਾ ਗਿਆ ਜੀ। ਬਰਤਾਨੀਆ ਤੇ ਯੂਰਪ ਇਹਨਾਂ ਦਿਨਾਂ ਵਿੱਚ ਸ਼ਦੀਦ ਗਰਮੀ ਦੀ ਲਪੇਟ ਵਿੱਚ ਨੇ ਤੇ ਗੋਰੇ ਜਿਹੜੇ ਨੇ ਉਹ ਪਸੀਨੋ ਪਸੀਨੀ ਹੋ ਗਏ ਨੇ। ਆਹੋ ਪੁਕਾਰ ਸ਼ੁਰੂ ਹੋ ਗਈ ਉਹਨਾਂ ਦੀ। ਗੈਰ ਮੁਲਕੀ ਮੀਡੀਆ ਦੇ ਮੁਤਾਬਕ ਬਰਤਾਨੀਆ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਦਰਜਾ ਹਰਾਰਤ ਤਕਰੀਬਨ 34 ਤੇ ਇਸ ਤੋਂ ਰਿਕਾਰਡ ਕੀਤਾ ਗਿਆ ਹੈ ਤੇ ਸਾਰਾ ਸਾਲ ਦਾ ਗਰਮ ਤਰੀਨ ਦਿਨ ਕਰਾ ਦਿੱਤਾ ਗਿਆ ਹੈ। ਤੇ ਦੂਜੀ ਜਾਨਬ ਪੁਰਤਗਾਲ ਦੇ ਵਿੱਚ ਦਰਜਾ ਹਰਾਰਤ 46 ਤੱਕ ਚਲਾ ਗਿਆ ਜੇ ਤੇ ਪੈਰਿਸ ਦੇ ਵਿੱਚ 40 ਡਿਗਰੀ ਤੱਕ ਚਲਾ ਗਿਆ ਜੇ। ਤੇ ਉਹਦੀ ਵਜ੍ਹਾ ਨਾਲ ਪੈਰਿਸ ਦੇ ਵਿੱਚ ਟੈਂਪਰੇਚਰ ਵਧਣ ਦੇ ਨਾਲ ਐਫਲ ਟਾਵਰ ਨੂੰ ਵੀ ਅਗਲੇ 2 ਦਿਨ ਲਈ ਬੰਦ ਕਰਤਾ ਗਿਆ ਹੈ ਤੇ ਸਕੂਲ ਪਹਿਲੇ ਹੀ ਬੰਦ ਨੇ ਤੇ ਲਿਹਾਜ਼ਾ ਗੋਰੇ ਪਸੀਨੋ ਪਸੀਨੀ ਹੋ ਗਏ ਨੇ। ਦੁਆ ਕਰੋ ਉਹਨਾਂ ਵਾਸਤੇ। ਹੁਣ ਤੱਕ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾਹ।